ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। परम पूज्य ज्योतिष सम्राट श्री कमलदेव जी रिद्धि सिद्धि ते युक्त होने के नाते दिवाली की महाकाली रात ਨੂੰ ਸਰਵ ਕਾਰਜ ਯੰਤਰ ਸਿੱਧ ਕਰਦੇ ਹਨ। ਵਿਸ਼ੇਸ਼ ਤੌਰ ਤੇ ਮਹਾਲక్ష్ਮੀ ਅਤੇ ਦੇਵਤਾਵਾਂ ਦੇ ਖਜ਼ਾਨੇ ਦੇ ਪਹਿਰੇਦਾਰ ਸ਼੍ਰੀ ਕੁਬੇਰ ਦੇਵਤਾ ਦੇ ਯੰਤਰ ਵੀ ਸਿੱਧ ਕਰਨਗੇ। ਆਓ ਯੰਤਰ ਬੁੱਕ ਕਰਾਓ ਅਤੇ ਧਨਪਤੀ ਹੋ ਜਾਓ, ਨਾਲ ਹੀ ਸ਼ਤਰੂ ਭੈ ਤੋਂ ਮੁਕਤ ਹੋਵੋ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨ, ਅਜਿਹੀ ਮੇਰੀ ਪ੍ਰਾਰਥਨਾ। ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ, ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ। ਗ੍ਰਹਿ ਆਪਾਂ ਨੂੰ ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ, ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ ਗ੍ਰਹਿ ਆਪਾਂ ਨੂੰ। ਇਹਨਾਂ ਦਾ ਪ੍ਰਭਾਵ ਬਹੁਤ ਅਨੂਠਾ ਹੈ, ਪਰ ਮੈਂ ਇੰਨੇ ਦਿਨੀ ਵਿਸ਼ੇਸ਼ ਮਹਾ ਮਹੋਤਸਵ ਉਸ ਦੀ ਗੱਲ ਕਰਨ ਦਾ ਪ੍ਰਯਾਸ ਕਰ ਰਿਹਾ ਹਾਂ। ਮੈਂ ਮਾਂ ਲక్ష్ਮੀ ਦੇ ਜਾਦੂਈ ਪ੍ਰਭਾਵ, ਉਸ ਦਾ ਨਾਂ ਜਪਣ ਦੇ ਨਾਲ ਜਿਹੜੇ ਤੁਹਾਡੇ ਜੀਵਨ ਦੇ ਵਿੱਚ ਹੋਣ ਵਾਲੇ ਹਨ, ਉਹ ਦੱਸਣ ਦਾ ਪ੍ਰਯਾਸ ਕਰਾਂਗਾ। ਮੈਂ ਇਸੇ ਲਈ ਆਖਦਾ ਹਾਂ, ਦਿਹਾੜਿਆਂ ਦੀ ਪਹਿਚਾਨ ਰੱਖੋ। ਜੇ ਸਮਾਂ ਹੱਥ ਵਿੱਚੋਂ ਲੰਘ ਗਿਆ, ਫਿਰ ਇੱਕ ਵਰੇ ਬਾਅਦ ਹੱਥ ਆਉਣਾ ਹੈ। ਫਿਰ ਸਾਰਾ ਵਰਾ ਆਪਾਂ ਤਰਸਦੇ ਰਹਿੰਦੇ ਹਾਂ। ਆਪਾਂ ਤਰਸੇਵਾਂ ਕਿਉਂ ਲਾਉਣਾ ਹੈ? ਆਪਾਂ ਕਿਉਂ ਨਾ ਉਸ ਸਮੇਂ ਦੀ ਰਫ਼ਤਾਰ ਨੂੰ ਪਕੜਨ ਦਾ ਪ੍ਰਯਾਸ ਕਰੀਏ? ਵਿਸ਼ੇਸ਼ ਪ੍ਰਯਾਸ। 5 ਦੀਵਿਆਂ ਦੀ ਇਹ ਰਾਤ, 5 ਦੀਵੇ ਜਗਣਗੇ, 5 ਦਿਨ ਜਗਣਗੇ। ਸਰਵੋਤਮ ਸਭ ਤੋਂ ਪਹਿਲਾ ਦੀਵਾ ਮਾਂ ਲక్ష్ਮੀ ਦਾ ਜਗੇਗਾ। ਸਭ ਤੋਂ ਪਹਿਲਾ ਦੀਵਾ ਗਣੇਸ਼ ਜੀ ਦੇ ਨਾਲ ਮਾਂ ਲక్ష్ਮੀ ਦਾ, ਫਿਰ ਧਨ ਕੁਬੇਰ ਦਾ ਦੀਵਾ ਹੋਵੇਗਾ, ਫਿਰ ਧਨ ਤੇਰਸ ਤੇ ਵਿਸ਼ੇਸ਼ ਦੀਵਾ। ਫਿਰ ਉਸ ਤੋਂ ਬਾਅਦ ਦੀਵੇ ਤਾਂ ਰੋਜ਼ ਜਗਣਗੇ 5 ਦਿਨ ਲਗਾਤਾਰ, ਪਰ 5 ਦੀਵੇ ਇਕੱਠੇ ਜਗਾਉਣੇ ਹਨ। ਆਪਾਂ ਆਪਣੇ ਘਰ ਦੇ ਮੁੱਢਲੇ ਦੁਆਰ ਦੇ ਤੌਲੇ ਦੇ ਉੱਤੇ ਰੋਜ਼ 5 ਦੀਵੇ, ਰੋਜ਼ 5 ਦੀਵੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਧਨ ਤੇਰਸ ਤੋਂ ਅਗਲੇ ਦਿਨ ਤੁਸੀਂ ਵਿਸ਼ੇਸ਼ ਧਿਆਨ ਰੱਖਣ ਦੀ ਲੋੜ, ਯਮ ਦਾ ਦੀਵਾ ਵੀ ਲਾਉਣਾ ਹੈ। ਉਹ ਜ਼ਮੀਨ ਤੇ ਲਾਉਣਾ ਹੈ ਤੇ ਸਾਊਥ ਵੱਲ ਮੂੰਹ ਕਰਕੇ ਲਾਉਣਾ ਹੈ, ਤੇ ਸਾਊਥ ਵੱਲ ਹੀ ਉਸ ਦੀ ਬੱਤੀ ਦਾ ਮੂੰਹ ਹੋਣਾ ਚਾਹੀਦਾ ਹੈ। ਪਿੱਤਰਾਂ ਨੂੰ ਵਿਖਾਉਣਾ ਆਪਾਂ ਯਮ ਦਾ ਦੀਵਾ। ਗੱਲ ਨੂੰ ਸਮਝਣ ਤੇ ਸਵੀਕਾਰ ਕਰਨ ਦਾ ਪ੍ਰਯਾਸ ਕਰਿਓ। 5 ਦੀਵਿਆਂ ਦੀ ਇਹ ਰਾਤ, ਦੀਵਾ ਬਲੇ ਸਾਰੀ ਰਾਤ। 5 ਦੀਵਿਆਂ ਦੀ ਇਹ ਰਾਤ, ਦੀਵਾ ਬਲੇ ਸਾਰੀ ਰਾਤ। ਆਉਣ ਵਾਲੀ ਹੈ 4 ਨਵੰਬਰ। ਇਹ 5 ਤਿਉਹਾਰਾਂ ਦਾ ਇੱਕ ਤਿਉਹਾਰ, 5 ਤਿਉਹਾਰਾਂ ਦਾ ਇੱਕ ਤਿਉਹਾਰ, ਸਮਲਿਤ
ਤੇ ਮਹਾ ਮਹੋਤਸਵ ਦੇ ਰੂਪ ਦੇ ਵਿੱਚ ਤੁਹਾਡੇ ਘਰ ਇੱਕ ਅਲੱਗ ਤਰ੍ਹਾਂ ਦੀ ਰੌਣਕ ਲਿਆ ਸਕਦਾ ਹੈ, ਬੇ ਔਲਾਦ ਨੂੰ ਔਲਾਦ ਦੇ ਸਕਦਾ ਹੈ। ਸਥੂਲ ਧਨ ਵਾਲਿਆਂ ਨੂੰ, ਜਿਨ੍ਹਾਂ ਦੀ ਚਾਹਤ, ਉਹਨਾਂ ਨੂੰ ਸਥੂਲ ਧਨ ਮਿਲੇਗਾ। ਜਿਨ੍ਹਾਂ ਦੀ ਵਪਾਰ ਵ੍ਰਿੱਧੀ ਦੀ ਆਸ਼ਾ, ਉਹ ਪੂਰੀ ਕਰੇਗਾ। ਜਿਹੜੇ ਸਿੰਘਾਸਨ ਲੈਣਾ ਚਾਹਣਗੇ, ਉਹਨਾਂ ਨੂੰ ਸਿੰਘਾਸਨ ਮਿਲੇਗਾ। ਜਿਹੜੇ ਸ਼ੋਹਰਤ ਦੇ ਗੱਫੇ ਲੈਣਾ ਚਾਹਣਗੇ, ਉਹ ਵੀ ਮਿਲਣਗੇ। ਸ਼ਰਤਾਂ ਹਨ ਇਸ ਵਿੱਚ। ਸ਼ਰਤਾਂ ਕੀ ਹਨ? ਬਸ ਆਪਣੀ ਆਸਥਾ ਦਾ ਦੀਵਾ ਜਗਾ ਦਿਓ 5 ਦੀਵਿਆਂ ਦੇ ਵਿੱਚ। ਆਪਣੀ ਆਸਥਾ ਦਾ ਦੀਵਾ, ਉਸ ਦੀਵੇ ਦੀ ਲਓ ਉਹਨਾਂ ਦੀਵਿਆਂ ਤੋਂ ਜਿਹੜੇ ਤੁਸੀਂ ਜਗਾਉਣੇ ਹਨ ਕਈ ਗੁਣਾ ਉੱਚੀ ਹੋਣੀ ਚਾਹੀਦੀ ਹੈ। ਪ੍ਰਤਿਅਕਸ਼ ਦੇ ਵਿੱਚ ਤੁਹਾਨੂੰ ਉਹ ਹਰ ਚੀਜ਼ ਮਿਲੇਗੀ ਜਿਹੜੀ ਤੁਹਾਡੀ ਚਾਹਤ ਹੈ। ਸੰਕਲਪ ਸ਼ਕਤੀ ਨਾਲ ਚੱਲਿਓ। ਤੁਸੀਂ ਉਸ ਰਾਤਰੀ ਨੂੰ ਅਲੌਕਿਕ ਸ਼ਕਤੀਆਂ ਨੂੰ ਜਾਗਰਿਤ ਕਰ ਸਕਦੇ ਹੋ। ਫਿਰ ਤੁਸੀਂ ਕੁਝ ਵੀ ਮੰਗੋ, ਜੇ ਉਹ ਜਾਗਰਿਤ ਹੋ ਗਈਆਂ, ਫਿਰ ਤਾਂ ਤੁਹਾਡੀ ਮਨੋਕਾਮਨਾ, ਤੁਹਾਡੀ ਆਕਾਂक्षा ਪੂਰੀ ਹੋਣ ਵਾਲੀ ਹੈ। ਪਰ ਉਸ ਦੇ ਵਿੱਚ ਸ਼ੁੱਧਤਾ ਹੋਣੀ ਚਾਹੀਦੀ ਹੈ। ਐਵੇਂ ਗਲਤ ਮਲਤ ਨਾ ਕੁਝ ਮੰਗ ਲਿਓ, ਬਸ ਫਿਰ ਨੈਗੇਟਿਵ એનર્ਜੀ ਸਾੜ ਕੇ ਸੁਆਹ ਕਰ ਦਿੰਦੀ। ਤੁਸੀਂ ਚੰਨ ਵਰਗੇ ਹੋ। ਤੁਸੀਂ ਚੰਨ ਵਰਗੇ ਹੋ ਤੇ ਚੰਨ ਵਰਗੀਆਂ ਤੁਸੀਂ ਮੰਗਾਂ ਰੱਖਿਓ ਉਹਨਾਂ ਦੇਵਤਾਵਾਂ ਦੇ ਸਾਹਮਣੇ, ਜਿਨ੍ਹਾਂ ਨੇ ਤੁਹਾਡੀ ਪੁਕਾਰ ਸੁਣਨ ਵਾਸਤੇ ਉਸ ਰਾਤ ਨੂੰ ਤੁਹਾਡੇ ਬੂਹੇ ਤੇ ਦਸਤਕ ਦੇਣੀ ਹੈ। ਕਿਤੇ ਮੁੜ ਨਾ ਜਾਣ, ਉਹ ਕਿਤੇ ਮੁੜ ਨਾ ਜਾਣ, ਕਿਤੇ ਵਾਪਸ ਨਾ ਚਲੇ ਜਾਣ। ਤੁਸੀਂ ਉਹਨਾਂ ਦੀ ਆਵਾਜ਼ ਨੂੰ ਸੁਣ ਲਿਓ। ਤੁਸੀਂ ਉਹਨਾਂ ਦੀ ਆਵਾਜ਼ ਨੂੰ ਸੁਣ ਲਿਓ। ਕਿਉਂ ਕਹਿ ਰਿਹਾ ਮੈਂ? ਬਹੁਤ ਸਾਰੇ ਸੱਜਣ ਨਸ਼ੇ 'ਚ ਧੁੱਤ ਹੋ ਕੇ ਉਸ ਆਵਾਜ਼ ਨੂੰ ਸੁਣਦੇ ਹੀ ਨਹੀਂ ਹਨ। ਬਹੁਤ ਸਾਰੇ ਸੱਜਣ ਕਈ ਤਰ੍ਹਾਂ ਦੇ ਵਿਅੰਗਾਂ ਵਿੱਚ ਬੈਠੇ ਰਹਿੰਦੇ। ਬਹੁਤ ਸਾਰੇ ਸੱਜਣ ਆਪਣੀ ਮਾਨਸਿਕ ਹਾਲਤ ਨੂੰ ਖਰਾਬ ਕਰੀ ਰੱਖਦੇ। ਬਹੁਤ ਸਾਰੇ ਸੱਜਣ ਇਸ ਤਰੀਕੇ ਦੇ ਨਾਲ ਉਹ ਸਮਾਂ ਕੱਢਦੇ ਕਿ ਉਹ ਡਿਪਰੈਸ਼ਨ ਵਿੱਚ ਹਨ। ਨਹੀਂ, ਆਪਾਂ ਉਸ ਚੀਜ਼ ਵਿੱਚ ਜਾਣਾ ਹੀ ਨਹੀਂ। ਬਸ ਥੋੜੇ ਸਮੇਂ ਵਾਸਤੇ ਸਥਿਰ ਲਗਨ, ਮੇਰੀ ਗੱਲ ਨੂੰ ਸਮਝਣ ਤੇ ਸਵੀਕਾਰ ਕਰਨ ਦਾ ਪ੍ਰਯਾਸ ਕਰਿਓ। ਮੈਂ ਬਹੁਤ ਵੱਡੀ ਗੱਲ ਦੱਸਣ ਲੱਗਾ ਤੁਹਾਨੂੰ। ਤੁਸੀਂ ਪੂਜਾ ਕਰਨੀ ਹੈ ਸਥਿਰ ਲਗਨ ਦੇ ਵਿੱਚ, ਬ੍ਰਿਖ ਲਗਨ ਦੇ ਵਿੱਚ ਤੁਸੀਂ ਪੂਜਾ ਕਰਨੀ ਹੈ। ਪਰ ਸਥਿਰ ਲਗਨ ਦੇ ਵਿੱਚ ਹੋਰ ਕੀ ਸਥਿਰ ਹੋਣਾ ਚਾਹੀਦਾ ਹੈ? ਤੁਸੀਂ ਇੱਧਰ ਉੱਧਰ ਨਾ ਝਾਤੀਆਂ ਮਾਰੀ ਜਾਇਓ। ਤੁਸੀਂ ਮੂਰਤੀਆਂ ਦੇ ਸਾਹਮਣੇ ਬੈਠੇ ਉਹਨਾਂ ਦੇ ਦਰਸ਼ਨਾਂ ਦੇ ਵਿੱਚ ਆਪਣੀਆਂ ਨਿਗਾਹਾਂ ਦੀ ਸਥਿਰਤਾ ਰੱਖਿਓ। 3 ਤਰ੍ਹਾਂ ਦੀ ਸਥਿਰਤਾ ਬਹੁਤ ਜ਼ਰੂਰੀ ਹੈ। ਮਨ ਦੀ ਸਥਿਰਤਾ, ਸਰੀਰ ਦੀ ਸਾਤਵਿਕ ਸਥਿਰਤਾ ਤੇ ਤੁਹਾਡੇ ਮੰਤਰਾਂ ਦੀ ਸਥਿਰਤਾ, ਤੁਹਾਡੇ ਸੰਕਲਪ ਦੀ ਸਥਿਰਤਾ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਥਿਰ ਕਰ ਲਿਆ, ਉਸ 2 ਘੰਟੇ ਦੌਰਾਨ ਤੁਸੀਂ ਆਪਣੇ ਆਪ ਨੂੰ ਦੁਨੀਆ ਤੋਂ ਪਰੇ ਕਰਕੇ ਆਪਣੇ ਆਪ ਨੂੰ ਮਨ ਦੀ ਸਥਿਰਤਾ ਵਿੱਚ ਲੈ ਗਏ, ਮਾਂ ਲక్ష్ਮੀ ਦੇ ਗਾਇਨ ਦੀ ਸਥਿਰਤਾ ਵਿੱਚ ਲੈ ਗਏ, ਉਹਨਾਂ ਦੀ ਪੂਜਾ ਅਰਚਨਾ ਉਪਾਸਨਾ ਦੀ ਸਥਿਰਤਾ ਵਿੱਚ ਲੈ ਗਏ, ਤਾਂ ਸਮਝੋ ਫਿਰ ਤੁਸੀਂ ਮਾਲੋ ਮਾਲ। ਤੁਸੀਂ ਸੋਚਦੇ ਹੋਵੋਗੇ ਇੰਜ ਕਿਵੇਂ ਹੋ ਸਕਦਾ ਹੈ? ਇਸ ਵਾਰ ਤੁਸੀਂ ਇੱਕ ਗੱਲ ਨੂੰ ਅਜਮਾ ਕੇ ਵੇਖਿਓ। ਕਈ ਵਾਰ ਬਹੁਤ ਸਾਰੇ ਸੱਜਣ ਕਈ ਮੰਤਰਾਂ ਨੂੰ ਅਜਮਾਉਂਦੇ ਹਨ,
ਤੁਸੀਂ ਅਜਮਾਇਓ, ਤੁਸੀਂ ਸਾਰੀ ਪੂਜਾ ਅਰਚਨਾ ਉਪਾਸਨਾ ਕਰਿਓ, ਪਰ ਕਿਹੋ ਮੇਰੇ ਕੋਲ ਬਹੁਤ ਸਤੂਲ ਧਨ ਹੈ, ਮੈਂ ਧਨਵਾਨ ਹਾਂ, ਮੈਂ ਮਹਾਧਨਵਾਨ ਹਾਂ, ਮੈਂ ਮਹਾਰਥੀ ਹਾਂ, ਮੇਰੇ ਰੱਥ ਦੇ ਵਿੱਚ ਧਨ ਦੀਆਂ ਖੂਬ ਥੈਲੀਆਂ ਪਈਆਂ ਹਨ। ਤੁਸੀਂ ਵੇਖਿਆ ਹੋਵੇਗਾ ਕਈ ਮੂਰਤੀਆਂ ਦੇ ਵਿੱਚ ਇਸ ਤਰ੍ਹਾਂ ਵਿਖਾਇਆ ਗਿਆ ਹੈ ਤੇ ਉਹ ਵਾਸਤੂ ਨਾਲ ਸੰਬੰਧਿਤ ਹੁੰਦਾ ਹੈ। ਉਹ ਗੱਲ ਸੰਕਲਪ ਸ਼ਕਤੀ ਨਾਲ ਸੰਬੰਧਿਤ ਹੈ। ਤੁਸੀਂ ਵਿਜ਼ੂਅਲਾਈਜ਼ ਕਰੋ, ਤੁਸੀਂ ਧਨੇਸ਼, ਤੁਸੀਂ ਧਨ ਦੇ ਮਾਲਕ, ਪਰਮਾਤਮਾ ਨੇ ਬਖਸ਼ਿਸ਼ ਕਰ ਦੇਣੀ ਹੈ। ਇਹ ਸਮਾਂ ਸਮਝਣ ਤੇ ਸਵੀਕਾਰ ਕਰਨ ਦਾ ਸਮਾਂ ਹੁੰਦਾ ਹੈ। ਜ਼ਰੂਰ ਕਰਿਓ, ਫਿਰ ਇੱਕ ਵਰੇ ਬਾਅਦ ਆਉਣਾ ਹੈ, ਫਿਰ ਆਪਾਂ ਪਛਤਾਉਣਾ ਹੈ। ਪਛਤਾਉਣਾ ਨਹੀਂ ਹੈ, ਬਸ ਪਛਤਾਉਣਾ ਨਹੀਂ ਹੈ, ਆਪਾਂ ਤਾਂ ਆਪਣੇ ਆਪ ਨੂੰ ਭਾਗਯਵਾਨ ਬਣਾਉਣਾ ਹੈ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਿਸ਼ੇਸ਼ ਸ਼ਨੀਦੇਵ ਦੇ ਥੱਲੇ ਜਾਣ ਵਾਲਾ ਹੈ। ਕਿਰਪਾ ਦੀ ਬਰਸਾਤ ਕਰਨ ਵਾਲੇ ਸ਼ਨੀ, ਉੱਚ ਦੇ ਅਧਿਕਾਰੀ, ਨਿਆਏ ਦੇ ਦੇਵਤਾ, ਮਹਾ ਨਿਆਇਧੀਸ਼, ਭੁੱਖਿਆਂ ਦਾ ਢਿੱਡ ਭਰਨ ਵਾਲੇ ਤੇ ਜਿਹੜੇ ਭੁੱਖਿਆਂ ਦਾ ਢਿੱਡ ਭਰਦੇ ਉਹਨਾਂ ਤੇ ਰਾਜੀ ਹੋਣ ਵਾਲੇ, ਸਜਾਏ ਮੌਤ ਨੂੰ ਵੀ ਮਾਫ ਕਰ ਦੇਣ ਵਾਲੇ ਇਹ ਸ਼ਨੀ ਇਸ ਵਰੇ ਦਾ ਕਾਲਾ ਚੋਲਾ ਪਹਿਨ ਕੇ ਤੁਹਾਡੀ ਜ਼ਿੰਦਗੀ ਵਿੱਚ ਆਏ ਹਨ। ਪਰਮ ਸੁਖ ਦੇ ਦੇਣਗੇ। ਓਮ ਸ਼ਮ ਸ਼ਨਿਚਰਾਏ ਨਮः। ਬਸ ਇਸ ਮੰਤਰ ਦਾ ਜਾਪ ਕਰਦੇ ਰਹੋ, ਪੂਰਨ ਸੁਖ ਮਿਲੇਗਾ। ਬਹੁਤ ਸਾਰੇ ਸੱਜਣ ਆਖਦੇ ਹਨ ਕਿ ਸਾਨੂੰ ਵਿਸ਼ੇ, ਦੁਨੀਆ ਦੇ ਵਿਸ਼ੇ ਛੱਡਦੇ ਨਹੀਂ ਹਨ। ਅਸੀਂ ਉਹਨਾਂ ਦੇ ਪਿੱਛੇ ਹੀ ਭੱਜੇ ਫਿਰਦੇ। ਭਲੇ ਮਾਨਸੋ, ਸਿਰਫ ਛੋਟੀ ਜਿਹੀ ਗੱਲ ਹੈ, ਤੁਸੀਂ ਈਸ਼ਵਰ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿਓ, ਵਿਸ਼ੇ ਪਰੇ ਹੋ ਜਾਣਗੇ, ਰਸਤਾ ਛੱਡ ਦੇਣਗੇ। ਕਿਉਂ? ਜਿਸ ਜਗ੍ਹਾ ਤੇ ਸਰਵੋਤਮ ਹੁੰਦੇ ਹਨ ਉੱਥੇ ਵਿਸ਼ੇ ਨਹੀਂ ਰਹਿੰਦੇ। ਪਰਮ ਸੁਖ ਕਾਰਕ ਬਣਨ ਦਾ ਪ੍ਰਯਾਸ ਕਰੋ, ਸੁਖੀ ਹੋ ਜਾਵੋਗੇ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣੋਂ ਵਿਸ਼ੇਸ਼ ਕਿਰਪਾ ਦੇ ਕਾਰਕ ਬਣੋਗੇ। ਬ੍ਰਿਖ ਰਾਸ਼ੀ ਦੇ ਸੱਜਣਾਂ ਨੂੰ ਕੋਈ ਸੱਟ ਲੱਗ ਸਕਦੀ। ਮਿਥੁਨ ਰਾਸ਼ੀ ਦੇ ਸੱਜਣ ਪਰਿਵਾਰ ਦੇ ਵਿੱਚ ਝਗੜਾ ਹੋ ਸਕਦਾ ਹੈ। ਕਰਕ ਰਾਸ਼ੀ ਦੇ ਸੱਜਣੋਂ ਅੱਜ ਪ੍ਰਾਪਰਟੀ ਕੇਸਾਂ ਦੇ ਵਿੱਚ ਨੁਕਸਾਨ ਦਾ ਯੋਗ ਹੈ। ਸਿੰਘ ਰਾਸ਼ੀ ਦੇ ਸੱਜਣੋਂ ਤੁਸੀਂ ਕਿਸੇ ਪਿਆਰ ਦੀਆਂ ਝੂਠੀਆਂ ਗੱਲਾਂ ਵਿੱਚ ਨਾ ਆਇਓ, ਅੱਜ ਬਹੁਤ ਵੱਡਾ ਧੋਖਾ ਹੋ ਸਕਦਾ ਹੈ। ਕੰਨਿਆ ਰਾਸ਼ੀ ਦੇ ਸੱਜਣ ਅੱਜ ਨਿਰੋਗੀ ਕਰਾਰ ਦਿੱਤੇ ਜਾਣਗੇ। ਤੁਲਾ ਰਾਸ਼ੀ ਦੇ ਸੱਜਣੋਂ ਲਾਈਫ ਪਾਰਟਨਰ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣ ਜੈ ਜੈਕਾਰ ਦੇ ਨਾਰਿਆਂ ਨਾਲ ਲੱਦੇ ਜਾਣਗੇ। ਧਨੁ ਰਾਸ਼ੀ ਦੇ ਸੱਜਣ ਕਿਸਮਤ ਦੇ ਸਹਾਰੇ ਉੱਚੀ ਉਡਾਰੀ ਲੱਗੇਗੀ। ਮਕਰ ਰਾਸ਼ੀ ਦੇ ਸੱਜਣ ਲਾਭ ਦੇ ਸਤੋਤਰ ਖੂਬ ਜੁਟਣ ਵਾਲੇ। ਕੁੰਭ ਰਾਸ਼ੀ ਦੇ ਸੱਜਣੋਂ ਪੀੜਾਂ ਘੇਰ ਸਕਦੀਆਂ। ਮੀਨ ਰਾਸ਼ੀ ਦੇ ਸੱਜਣਾਂ ਨੂੰ ਹਰ ਪੱਖ ਤੋਂ ਚੰਗਾ ਨਤੀਜਾ ਮਿਲੇਗਾ। ਨਮਸਕਾਰ। परम पूज्य ज्योतिष सम्राट श्री कमलदेव जी रिद्धि सिद्धि ते युक्त होने के नाते दिवाली की महाकाली रात ਨੂੰ ਸਰਵ ਕਾਰਜ ਯੰਤਰ ਸਿੱਧ ਕਰਦੇ ਹਨ। ਵਿਸ਼ੇਸ਼ ਤੌਰ ਤੇ ਮਹਾਲక్ష్ਮੀ ਅਤੇ ਦੇਵਤਾਵਾਂ ਦੇ ਖਜ਼ਾਨੇ ਦੇ ਪਹਿਰੇਦਾਰ ਸ਼੍ਰੀ ਕੁਬੇਰ ਦੇਵਤਾ ਦੇ ਯੰਤਰ ਵੀ ਸਿੱਧ ਕਰਨਗੇ। ਆਓ ਯੰਤਰ ਬੁੱਕ ਕਰਾਓ ਅਤੇ ਧਨਪਤੀ ਹੋ ਜਾਓ, ਨਾਲ ਹੀ ਸ਼ਤਰੂ ਭੈ ਤੋਂ ਮੁਕਤ ਹੋਵੋ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी 41 अमन पार्क, सामने चुंगी, फिरोजपुर रोड, लुधियाना।